पंजाब सरकार मुर्दाबाद। पंजाब सरकार मुर्दाबाद। पंजाब सरकार मुर्दाबाद। डीआरएमई मुर्दाबाद। पंजाब सरकार मुर्दाबाद। डीआरएमई। सत श्री अकाल जी, मेरा नाम विजय सिंह है। मैं इत्थे स्टाफ नर्स बतौर काम कर रहा है। साड़ी अपॉइंटमेंट लगभग 4 महीने पहला सितंबर महीने होई सी, ठीक है जी। ਉਹਦੇ ਵਿੱਚ ਸਾਨੂੰ अपॉइंटमेंट लेटर मिलिया सी, ਜਿਹਦੇ ਵਿੱਚ ਸਾਨੂੰ 7th ਲੈਵਲ ਤੇ 7th CPC ਦੇ ਅਕੋਰਡਿੰਗ 44,900 ਮੈਂਸ਼ਨ ਕੀਤਾ ਹੋਇਆ ਸੀਗਾ, ਠੀਕ ਹੈ। ਉਦੋਂ ਕਰੋਨਾ ਚੱਲ ਰਿਹਾ ਸੀ, ਤਾਂ ਕਰਕੇ ਸਰਕਾਰ ਨੇ ਆਪਣੇ ਵਾਸਤੇ ਇਹ 44,900 ਸੈਲਰੀ ਦੇਣ ਦਾ ਵਾਅਦਾ ਕੀਤਾ ਸਾਡੇ ਨਾਲ, ਠੀਕ ਹੈ। ਹੁਣ 4 ਮਹੀਨੇ ਹੋ ਚੁੱਕੇ ਆ ਸਾਨੂੰ, ਤੇ ਸਾਨੂੰ ਹਜੇ 1 ਮਹੀਨੇ ਦੀ ਸੈਲਰੀ ਨਹੀਂ ਮਿਲੀ, 1 ਵੀ ਮਹੀਨੇ ਦੀ ਸੈਲਰੀ ਨਹੀਂ ਮਿਲੀ। ਅਸੀਂ ਇੱਥੇ ਆਫਿਸ 'ਚ ਜਾਂਦੇ ਹਾਂ ਤੇ ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਡੀ ਸੈਲਰੀ ਹਜੇ ਫਿਕਸ ਨਹੀਂ ਹੈ, ਠੀਕ ਹੈ। ਤੇ ਤੁਸੀਂ ਆਪਣੇ DRME ਡਿਪਾਰਟਮੈਂਟ ਨਾਲ ਗੱਲ ਕਰੋ। ਅਸੀਂ DRME ਜਾਂਦੇ ਹਾਂ, ਉਹ ਕਹਿੰਦੇ ਤੁਹਾਡੀ 44,900 ਫਿਕਸ ਹੈ, ਠੀਕ ਹੈ ਜੀ। ਤੇ ਅੱਜ ਅਸੀਂ ਇੱਥੇ ਆਫਿਸ ਵਿੱਚ ਗਏ ਤੇ ਇਹ ਕਹਿ ਰਹੇ ਆ ਕਿ ਤੁਹਾਡੀ ਤਾਂ 29,200 ਸੈਲਰੀ ਹੈ ਤੇ ਤੁਸੀਂ ਆਪਣੇ ਪ੍ਰਾਨ ਕਾਰਡ ਵਿੱਚ 29,200 ਸੈਲਰੀ ਹੀ ਰੱਖੋ, ਠੀਕ ਹੈ। ਤੇ ਅਸੀਂ ਸਾਈਨ ਕਿੱਦਾਂ ਕਰ ਸਕਦੇ ਹਾਂ? ਸਾਡੇ ਨਾਲ ਸਰੇਆਮ ਨਾਇਨਸਾਫੀ ਹੋ ਰਹੀ ਹੈ ਜੀ। ਸਿਹਤ ਮੰਤਰੀ OP ਸੋਨੀ ਜੀ ਆਏ ਸੀ ਪਰਸੋਂ, ਕਿਸ ਤਰ੍ਹਾਂ ਦੀ ਗੱਲ ਹੋਈ ਸੀ? OP ਸੋਨੀ ਸਰ ਆਏ ਸੀ, ਉਹਨਾਂ ਨੂੰ ਅਸੀਂ ਕਿਹਾ ਵੀ ਸਾਡੀ 4 ਮਹੀਨੇ ਹੋ ਗਏ ਸੈਲਰੀ ਨਹੀਂ ਮਿਲੀ ਸਾਨੂੰ, ਠੀਕ ਹੈ, ਤੇ ਵੀ ਸਾਡਾ ਕੋਈ ਹੱਲ ਕਰੋ। ਉਹ ਕਹਿੰਦੇ ਵੀ ਤੁਹਾਡੀ ਸੈਲਰੀ ਕਿੰਨੀ ਆ? ਅਸੀਂ ਕਿਹਾ ਜੀ ਸਾਡੀ 44,900 ਹੈ, ਬਟ ਉਹਨਾਂ ਨੇ ਸਾਨੂੰ ਆਹ ਲੈਟਰ ਦੇ ਦਿੱਤਾ ਹੈ, ਕਹਿੰਦਾ ਕਿ ਤੁਹਾਡੀ ਸੈਲਰੀ ਤਾਂ ਹੁਣ 29,200 ਹੀ ਦਿੱਤੀ ਜਾਏਗੀ, ਜਿਹਦੇ ਵਿੱਚ ਆਹ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ? ਅਸੀਂ ਕਹਿੰਦੇ ਹਾਂ ਕਿ ਸਾਨੂੰ ਇਹ ਪੂਰਾ ਹੱਕ ਮਿਲੇ, ਠੀਕ ਹੈ, ਕਿਉਂਕਿ ਅਸੀਂ ਕਰੋਨਾ ਦੇ ਵਿੱਚ ਪੂਰਾ ਸੇਵਾ ਕੀਤੀ ਹੈ ਅਸੀਂ, ਠੀਕ ਹੈ। ਉਦੋਂ ਤਾਂ ਸਾਡੇ ਉੱਤੇ ਫੁੱਲ ਬਰਸਾਏ ਗਏ ਸੀ, ਠੀਕ ਹੈ। ਹੁਣ ਸਾਨੂੰ ਇਹਨਾਂ ਨੇ ਇਹ ਵੀ ਕਿਹਾ ਸੀ ਤੁਸੀਂ ਫਾਈਨੈਂਸ ਡਿਪਾਰਟਮੈਂਟ 'ਚ ਜਾਓ, ਅਸੀਂ ਉੱਥੇ ਵੀ ਮਿਲੇ, ਠੀਕ ਹੈ। ਉੱਥੇ ਸੈਕਟਰੀਏਟ 'ਚ ਗਏ, ਉੱਥੇ ਪ੍ਰਿੰਸੀਪਲ ਨੇ ਸਾਨੂੰ ਇੱਦਾਂ ਕਿਹਾ ਵੀ ਇਹ ਨਰਸਾਂ ਰੋਜ਼ ਮੂੰਹ ਚੱਕ ਕੇ ਇੱਥੇ ਆ ਜਾਂਦੀਆਂ, ਠੀਕ ਹੈ, ਇਹ ਨਰਸਾਂ ਨੂੰ ਅਸੀਂ ਇੰਨੀ ਸੈਲਰੀ ਕਿਉਂ ਦਈਏ? ਕਿੰਨੇ ਕਿ ਤੁਸੀਂ ਇੰਪਲਾਈ ਹੋ ਜਿਨ੍ਹਾਂ ਦੀ ਮਤਲਬ ਇਹ ਸਾਜੀ? 214 ਕੈਂਡੀਡੇਟ ਆ ਜੀ, 213 ਕੈਂਡੀਡੇਟ 213 ਜਿਹਨੇ ਜੁਆਇਨ ਕੀਤਾ ਜੀ। ਤੇ ਤੁਹਾਨੂੰ ਹੁਣ ਇਸ ਇਨਸਾਫ ਨਹੀਂ ਮਿਲ ਰਿਹਾ, ਇਹ ਉਮੀਦ ਜਾਗ ਰਹੀ ਹੈ ਮਤਲਬ ਸਰਕਾਰ ਤੋਂ ਕਿਸ ਤਰ੍ਹਾਂ ਦੀ ਸ਼ਿਕਾਇਤ ਹੁੰਦੀ? ਸਰ ਸਾਡੇ ਚੋਂ ਕਈ ਕੈਂਡੀਡੇਟ ਅਜਿਹੇ ਆ ਕਿ ਜਿਹੜੇ ਸੈਂਟਰ ਗਵਰਨਮੈਂਟ ਤੋਂ ਵੀ ਛੱਡ ਕੇ ਆਏ ਨੇ, ਠੀਕ ਹੈ। ਉਹਨਾਂ ਦੀ ਸੈਲਰੀ 70+ ਸੀਗੀ, ਠੀਕ ਹੈ। ਉਹਨਾਂ ਨੇ ਇਹ ਸੋਚਿਆ ਕਿ ਅਸੀਂ ਪੰਜਾਬ ਦੇ ਲੋਕਲ 'ਚ ਚਲਾ ਜਾਵਾਂਗੇ, ਠੀਕ ਹੈ, ਅਸੀਂ ਘਰ ਪਰਿਵਾਰ ਦੇ ਕੋਲ ਹੀ ਚਲੇ ਜਾਵਾਂਗੇ, ਤਾਂ ਕਰਕੇ ਉੱਥੇ ਰਿਜ਼ਾਈਨ ਦੇ ਕੇ ਆ ਚੁੱਕੇ ਨੇ ਉਹ, ਠੀਕ ਹੈ। ਹੁਣ ਇੱਥੇ ਜੁਆਇਨ ਕੀਤਾ, ਹੁਣ ਪਹਿਲਾਂ ਸਾਨੂੰ 44,900 ਕਿਹਾ, ਹੁਣ 4 ਮਹੀਨੇ ਸਾਨੂੰ ਕਰੋਨਾ 'ਚ ਡਿਊਟੀਆਂ ਕਰਾ ਕੇ, ਜਦੋਂ ਕਰੋਨਾ ਦੀ ਇੰਨੀ ਮਹਾਮਾਰੀ ਸੀ ਉਦੋਂ ਕਹਿੰਦੇ 44,900 ਦੇਵਾਂਗੇ, ਹੁਣ ਕਹਿੰਦੇ ਤੁਹਾਨੂੰ 29,200 ਦੇਵਾਂਗੇ। ਇਹ ਕੀ ਇਨਸਾਫ ਸਰ? ਤੁਸੀਂ ਆਲ ਓਵਰ ਪੂਰੇ 200 ਪੁੱਛੋ ਕਿ ਪੂਰੇ ਪਟਿਆਲੇ ਦੇ ਘੇਰੇ ਵਿੱਚ? ਆਲ ਓਵਰ ਜੀ 111 ਤਾਂ 113 ਤਾਂ ਇੱਥੋਂ ਦੇ ਆ, 100 ਅੰਮ੍ਰਿਤਸਰ ਦੇ ਨੇ। ਜਦੋਂ ਐਡਵਰਟਾਈਜ਼ਮੈਂਟ ਪ੍ਰੀਤ ਕੌਰ ਹੈ, ਮੈਂ ਵੀ ਰਜਿੰਦਰਾ ਹਸਪਤਾਲ ਵਿੱਚ ਬਤੌਰ ਸਟਾਫ ਨਰਸ ਕੰਮ ਕਰ ਰਹੀ ਹਾਂ। ਐਕਚੁਅਲੀ ਸਾਡੀ ਦਿੱਕਤ ਇਹ ਹੈ ਕਿ ਸਾਨੂੰ ਫਰਵਰੀ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਕਿ ਰੈਗੂਲਰ ਭਰਤੀ ਕੀਤੀ ਜਾਏਗੀ 411 ਸਟਾਫ ਨਰਸਿਸ ਦੀ, ਤੇ ਸਾਨੂੰ ਜੋ ਤਨਖਾਹ ਹੈ ਉਹ ਲੈਵਲ 7 ਦਿੱਤੀ ਜਾਏਗੀ 7th ਪੇ ਕਮਿਸ਼ਨ ਦੀ, ਜੋ ਕਿ 44,900 ਹੈ, ਠੀਕ ਹੈ। ਉਸ ਤੋਂ ਬਾਅਦ 8ਵੇਂ ਮਹੀਨੇ ਵਿੱਚ ਸਾਡੀ ਜੋ ਹੈ ਪੋਸਟਿੰਗ ਕੀਤੀ ਗਈ ਹੈ, ਜੁਆਇਨਿੰਗ ਲੈਟਰ ਦਿੱਤੇ ਗਏ ਨੇ। ਇੰਨੇ ਟਾਈਮ ਵਿੱਚ ਵੀ ਕਿਸੇ ਨੂੰ ਯਾਦ ਨਹੀਂ ਆਇਆ ਕਿ ਇਹਨਾਂ ਨੂੰ ਤਨਖਾਹ ਅਸੀਂ ਜ਼ਿਆਦਾ ਦੇਤੀ, ਉਹ ਅਸੀਂ ਤਾਂ ਘੱਟ ਕਰਨੀ ਸੀ। ਪਰ ਸਾਡੀ ਅਪੁਆਇੰਟਮੈਂਟ ਹੋਣ ਤੋਂ 2-3 ਮਹੀਨੇ ਬਾਅਦ ਇਹਨਾਂ ਨੂੰ ਯਾਦ ਆਇਆ ਕਿ ਇਹਨਾਂ ਨੂੰ ਤਾਂ ਅਸੀਂ ਤਨਖਾਹ ਜ਼ਿਆਦਾ ਦੇ ਰਹੇ ਹਾਂ। ਤੇ ਅਸੀਂ ਜਦੋਂ ਫਾਈਨਾਂਸ ਡਿਪਾਰਟਮੈਂਟ ਵਿੱਚ ਗਏ ਤਾਂ ਉੱਥੇ ਸੈਕਟਰੀ ਨੇ ਕਿਹਾ ਕਿ ਇਹ ਨਰਸਾਂ ਤਾਂ ਮੂੰਹ ਚੱਕ ਕੇ ਆ ਜਾਂਦੀਆਂ ਨੇ, ਇਹਨਾਂ ਨੂੰ ਇੰਨੀ ਤਨਖਾਹ ਕਿਹਨੇ ਲਿਖਤੀ? ਕਿ ਮਤਲਬ ਗੱਲ ਇਹ ਹੈ ਕਿ ਸਾਡੇ ਦੇ ਹਸਪਤਾਲ ਨੇ ਜਿਹੜੇ ਖੜੇ ਹੈਗੇ ਆਗੇ, ਡਾਕਟਰ ਸਿਰਫ ਦਵਾਈਆਂ ਲਿਖਦੇ ਆ, ਪੇਸ਼ੈਂਟ ਇੱਕ ਜੇ ਬਿਮਾਰ ਹੋ ਦਵਾਈ ਲਿਖਦੇ ਆ ਕਿ ਦੇਣੀ ਕੀ ਆ, ਉਹਨਾਂ ਦੀ ਕੇਅਰ, ਉਹਨਾਂ ਦੀ ਮੈਡੀਕੇਸ਼ਨ ਸਾਰਾ ਕੁਝ ਸਟਾਫ ਕਰਦੇ ਆ, ਨਰਸਿਸ ਕਰਦੀਆਂ ਨੇ। ਬਟ ਇੱਥੇ ਅਸੀਂ ਕੰਪੀਟੈਂਟ ਵੀ ਹੈਗੇ ਆ, ਸਾਰੇ ਡਿਗਰੀ ਹੋਲਡਰ ਨੇ, ਕੋਈ ਬੈਚਲਰਸ ਕੋਈ ਮਾਸਟਰਸ ਹੈ, ਬਟ ਕੀ ਹੈ ਕੰਪੀਟੈਂਸੀ ਦਾ ਕੀ ਹੈ? ਸਾਤੋਂ ਟੈਸਟ ਲੈ ਲਏ, ਅਸੀਂ ਟੌਪਰਸ ਹਾਂ, ਸਾਰਿਆਂ ਨੇ ਪੇਪਰ ਦਿੱਤੇ ਸੀ, ਜੋ ਟੌਪਰ ਨੇ ਉਹ ਇੱਥੇ ਆਏ ਨੇਗੇ, ਟੈਸਟ ਕਲੀਅਰ ਕਰਕੇ ਆਏ ਆ, ਆਪਣੇ ਸਕਿੱਲਸ ਬਾਰੇ ਸਾਰੀ ਕੰਪੀਟੈਂਸੀ ਸਾਡੇ ਕੋਲ ਹੈ, ਬਟ ਸਾਨੂੰ ਬਣਦੀ ਨਾ ਤਾਂ ਤਨਖਾਹ ਦਿੱਤੀ ਜਾ ਰਹੀ ਹੈ, ਨਾ ਰਿਸਪੈਕਟ ਦਿੱਤੀ ਜਾ ਰਹੀ ਹੈ। ਇਹ ਸਾਨੂੰ ਕਹਿ ਦਿੰਦੇ ਨਰਸਾਂ ਮੂੰਹ ਚੱਕ ਕੇ ਆ ਜਾਂਦੀਆਂ। ਇਹਦਾ ਮਤਲਬ ਕੀ ਹੈ? ਅਗਰ ਇੰਨੀ ਕੋਈ ਵੱਡੀ ਅਥਾਰਟੀ ਇੱਦਾਂ ਦੀਆਂ ਗੱਲਾਂ ਬੋਲਦੇ ਆ, ਫਿਰ ਤੁਸੀਂ TV ਮੂਹਰੇ ਜਾ ਕੇ, ਮੀਡੀਆ ਮੂਹਰੇ ਜਾ ਕੇ ਫੁੱਲ ਬਰਸਾ ਕੇ ਤੁਸੀਂ ਕਿਉਂ ਕਹਿੰਦੇ ਹੋ ਕਿ ਯੋਧੇ ਨੇ? ਇਹ ਕਾਹਦੇ ਯੋਧੇ ਹੋਏ ਕਿ ਤੁਸੀਂ ਸਿਰਫ ਮੀਡੀਆ ਸਾਹਮਣੇ ਫੁੱਲ ਬਰਸਾ ਰਹੇ ਹੋ, ਬਾਅਦ 'ਚ ਤੁਸੀਂ ਕਹਿੰਦੇ ਕਿ ਮੂੰਹ ਚੱਕ ਕੇ ਆ ਜਾਂਦੇ ਆ, ਇਹਨਾਂ ਨੂੰ ਇੰਨੀ ਤਨਖਾਹ ਕਿਹਨੇ ਦਿੱਤੀ? ਕਦੀ ਡਾਕਟਰਸ ਦੀ ਸੈਲਰੀ ਘਟਾਈ ਗਈ ਹੈ? ਕਿਸੇ ਹੋਰ ਦੀ, ਕਿਸੇ ਨੇਤਾ ਦੀ, ਮਿਨਿਸਟਰ ਦੀ ਸੈਲਰੀ ਘਟਾਈ ਗਈ ਹੈ? ਕਦੀ ਕਿਹਾ ਕਿ ਮੂੰਹ ਚੱਕ ਕੇ ਕਿੱਦਾਂ ਆ ਜਾਂਦੇ ਆ? ਪਰ ਸਾਨੂੰ ਇਹ ਕਿਹਾ ਜਾਂਦਾ, ਤਾਂ ਹੀ ਉਹ ਇੱਥੇ ਜੋ ਨਰਸਿਸ ਨੇ ਉਹ ਬਾਹਰ ਜਾ ਰਹੀਆਂ, ਡਾਕਟਰ ਕੋਈ ਨਹੀਂ ਬਾਹਰ ਜਾ ਰਿਹਾ, ਨੇਤਾ ਮਿਨਿਸਟਰ ਕੋਈ ਨਹੀਂ ਬਾਹਰ ਜਾ ਰਿਹਾ, ਕਿਉਂਕਿ ਨਾ ਤਾਂ ਸਾਨੂੰ ਰਿਸਪੈਕਟ ਦਿੱਤੀ ਜਾ ਰਹੀ ਹੈ, ਨਾ ਹੀ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾ ਰਹੇ ਨੇ।
ਤੁਹਾਨੂੰ ਸੈਲਰੀ ਮਿਲੀ ਨਹੀਂ ਹੈ ਓਪੀ ਸੋਨੀ ਨਹੀਂ ਪਰ ਸਕੀ ਤੁਹਾਨੂੰ ਸੈਲਰੀ ਮਿਲ ਸਾਨੂੰ 4 ਮਹੀਨੇ ਹੋ ਗਏ ਇੱਥੇ ਅਪਾਇੰਟਮੈਂਟ ਹੋਈ ਨੂੰ, ਬਟ ਨਾ ਤਾਂ ਸਾਨੂੰ ਕੋਈ ਵੀ ਸੈਲਰੀ ਦਿੱਤੀ ਗਈ ਆ। ਪਹਿਲਾਂ ਅਸੀਂ ਜਿਹਦੇ ਕੋਲ ਵੀ ਜਾ ਕੇ ਗੱਲ ਕਰਦੇ ਸੀ, ਚਾਹੇ ਉਹ ਸਾਡੇ ਓਪੀ ਸੋਨੀ ਜੀ ਨੇ ਕਿ ਜਿਨ੍ਹਾਂ ਨੇ ਸਾਨੂੰ ਅਪਾਇੰਟਿੰਗ ਅਥਾਰਟੀ ਉਹਨਾਂ ਨੇ ਰੱਖਿਆ, ਚਾਹੇ ਉਹ DRM ਹੀ ਹੈ, ਬਟ ਸਾਨੂੰ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਤੁਹਾਡੀ ਜਿੰਨੀ ਸੈਲਰੀ ਹੈ ਉਨੀ ਦਿੱਤੀ ਜਾਓ, ਘਬਰਾਓ ਨਾ। ਬਟ ਹੁਣ ਜਦੋਂ ਪਰਸੋਂ ਆਏ ਉਦੋਂ ਅਸੀਂ ਕਿਹਾ ਕਿ ਸਾਨੂੰ ਤਨਖਾਹ ਨਹੀਂ ਦਿੱਤੀ, ਤਾਂ ਉਹਨਾਂ ਨੇ ਚੱਕ ਕੇ ਸਾਨੂੰ ਇੱਕ ਲੈਟਰ ਫੜਾਤਾ ਜਿੱਤੇ 29,200 ਲਿਖਿਆ ਹੋਇਆ। ਤੇ ਇੱਥੇ ਜਦੋਂ ਅਸੀਂ ਆਪਣੇ MS ਨਾਲ ਗੱਲ ਕਰਦੇ ਹਾਂ, ਉਹ ਸਾਨੂੰ ਹੀ ਉਲਟਾ ਕਹਿ ਰਿਹਾ ਧੱਕੇ ਨਾਲ ਕਿ ਤੁਸੀਂ 29,200 ਤੇ ਸਾਈਨ ਕਰੋ। ਅਸੀਂ ਕਿਉਂ ਕਰੀਏ? ਸਾਡੇ ਕੋਲ ਰਿਟਨ 'ਚ ਸਿਰਫ ਇੱਕ ਲੈਟਰ ਹੈ ਜਿਹਦੇ ਵਿੱਚ 44,900 ਲਿਖਿਆ, ਅਸੀਂ 29,200 ਤੇ ਆਪ ਹੀ ਕਿਉਂ ਸਾਈਨ ਕਰੀਏ? ਅਲੱਗ ਸਟੈਪ ਕਿਵੇਂ ਦਊ ਤੁਹਾਡਾ? ਅਗਲਾ ਸਟੈਪ ਬਸ ਇਹੀ ਆ ਕਿ ਫਿਲਹਾਲ ਤਾਂ ਅਸੀਂ ਰਿਕੁਐਸਟ ਹੀ ਕਰ ਰਹੇ ਹਾਂ ਕਿ ਜੋ ਤੁਸੀਂ ਸਾਨੂੰ ਵਾਅਦੇ ਕੀਤੇ ਉਹ ਪੂਰੇ ਕਰੋ, ਨਹੀਂ ਤਾਂ ਫਿਰ ਸਾਡੇ ਤੋਂ ਜੋ ਵੀ ਬਣਦੀ ਕਾਰਵਾਈ ਹੋਵੇਗੀ, ਜੋ ਵੀ ਅਸੀਂ ਕਰ ਸਕਦੇ ਹਾਂ ਕਰਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਮਨਵੀਤ ਕੌਰ ਹੈ। ਮੈਂ ਵੀ ਐਜ਼ ਇੱਥੇ ਰੈਗੂਲਰ ਸਟਾਫ ਜੁਆਇਨ ਕੀਤਾ ਆ ਰਜਿੰਦਰਾ ਹਸਪੀਟਲ 'ਚ। ਤੇ ਸਾਡੀ ਜਦੋਂ ਐਡਵਰਟਾਈਜ਼ਮੈਂਟ ਆਈ ਸੀ ਫਰਵਰੀ ਦੇ ਵਿੱਚ ਆਈ ਸੀਗੀ, 27 ਫਰਵਰੀ ਨੂੰ, ਠੀਕ ਹੈ। ਤੇ ਉਸ ਤੋਂ ਬਾਅਦ ਕਰਨ ਤੋਂ ਬਾਅਦ ਫਿਰ ਕਰੋਨਾ ਦੀ ਮਹਾਮਾਰੀ ਆ ਗਈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਜੂਨ ਦੇ ਵਿੱਚ ਟੈਸਟ ਲਿਆ, ਤੇ ਫਿਰ ਉਸ ਤੋਂ ਬਾਅਦ ਅਗਸਤ ਦੇ ਵਿੱਚ 27 ਅਗਸਤ ਨੂੰ ਇਹਨਾਂ ਨੇ ਸਾਨੂੰ ਅਪਾਇੰਟਮੈਂਟ ਲੈਟਰਸ ਇਸ਼ੂ ਕੀਤੇ ਆ। ਉਦੋਂ ਤੱਕ ਜਿਹੜਾ ਸੀ ਇਹਨਾਂ ਦਾ 44,900 ਹੀ ਚੱਲ ਰਿਹਾ ਸੀਗਾ। 44,900 ਦੇ ਅਪਾਇੰਟਮੈਂਟ ਲੈਟਰਸ ਇਸ਼ੂ ਕੀਤੇ ਗਏ ਨੇ। ਫਿਰ ਉਸ ਤੋਂ ਬਾਅਦ ਅਸੀਂ ਇੱਥੇ ਜੁਆਇਨ ਕੀਤਾ ਸਤੰਬਰ ਦੇ ਵਿੱਚ, ਇੱਥੇ ਸਾਰਿਆਂ ਨੇ ਜੁਆਇਨ ਕੀਤਾ। ਤੇ ਜੁਆਇਨ ਕਰਨ ਤੋਂ ਬਾਅਦ ਹੁਣ 4 ਮਹੀਨੇ ਲਗਭਗ 4 ਮਹੀਨੇ ਹੋ ਚੱਲੇ ਨੇ, ਪਰ ਹਜੇ ਤੱਕ ਸਾਨੂੰ ਇੱਕ ਵੀ ਸੈਲਰੀ ਨਹੀਂ ਮਿਲੀ। ਇੱਕ ਪਾਸੇ ਤਾਂ ਸਰਕਾਰ ਤੁਹਾਨੂੰ ਕਰੋਨਾ ਯੋਧੇ ਕਹਿ ਰਹੀ ਹੈ, ਦੂਸਰੇ ਪਾਸੇ ਤੁਹਾਨੂੰ ਤਨਖਾਹ ਨਹੀਂ ਦੇ ਰਹੀ। ਕੀ ਸਿਸਟਮ ਦੇ ਵਿੱਚ ਕੋਈ ਕਮੀ ਲੱਗ ਰਹੀ ਹੈ ਜਾਂ ਫਾਈਨਾਂਸ ਦੀ ਕੋਈ ਉਹਨਾਂ ਨੇ ਕੋਈ ਇਸ਼ੂ ਚੁੱਕਿਆ ਹੈ? ਜੀ ਸਿਸਟਮ ਦੇ ਵਿੱਚ ਸਿਸਟਮ ਵਾਈਜ਼ ਇਹਨਾਂ ਨੇ ਸਾਨੂੰ ਪਹਿਲਾਂ ਚਲੋ ਐਡਵਰਟਾਈਜ਼ਮੈਂਟ ਪੋਸਟਾਂ ਕੱਢੀਆਂ, ਠੀਕ ਹੈ, ਬੜੀ ਦੇਰ ਤੋਂ ਚੱਲ ਰਹੀਆਂ ਸੀ ਕਿ ਕਰੋਨਾ ਦੇ ਵਾਸਤੇ ਇਹਨਾਂ ਨੂੰ ਜ਼ਰੂਰਤ ਹੈ, ਠੀਕ ਹੈ। ਉਦੋਂ ਵੀ ਅਸੀਂ ਅੱਗੇ ਹੋ ਕੇ ਪੋਸਟਾਂ ਭਰੀਆਂ। ਕਰੋਨਾ ਦੇ ਟਾਈਮ ਦੇ ਵਿੱਚ ਜੁਆਇਨ ਕੀਤਾ ਜਦੋਂ ਕੋਈ ਵੀ ਅੱਗੇ ਨਹੀਂ ਆਉਂਦਾ ਸੀਗਾ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਸਾਰਾ ਕੁਝ ਹੋਣ ਦੇ ਬਾਵਜੂਦ ਹੁਣ ਜਦੋਂ ਕਰੋਨਾ ਥੋੜੀ ਬਹੁਤ ਵੀ ਠੱਲ ਪਈ ਆ, ਤਾਂ ਹੁਣ ਇਹਨਾਂ ਨੇ ਸਾਡੇ ਨਾਲ ਫਾਈਨੈਂਸ਼ੀਅਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ। ਕਰੋਨਾ ਦੀ ਜੇ ਗੱਲ ਕਰੀਏ ਤਾਂ ਕੋਵਿਡ-19 ਦੀ ਅਗਲੀ ਸਟੇਜ ਵੀ ਜਿਹੜੀ ਕੁਝ ਦੇਸ਼ਾਂ ਦੇ ਸ਼ੁਰੂ ਹੋ ਗਈ, ਜਿਹਦੇ ਕਰਕੇ ਇੰਡੀਆ ਵੀ ਅਲਰਟ ਹੋ ਗਿਆ। ਕੀ ਲੱਗਦਾ ਹੁਣ ਤੁਹਾਨੂੰ ਦੁਬਾਰਾ ਫਿਰ ਉਸੇ ਤਰ੍ਹਾਂ ਯੂਜ਼ ਕਰਨਗੇ ਪੰਜਾਬ ਗਵਰਨਮੈਂਟ? ਬਿਲਕੁਲ ਜੀ, ਅਸੀਂ ਤਾਂ ਹਸਪੀਟਲ ਦਾ ਸਟਾਫ ਆ, ਜਿੱਥੇ ਅਸੀਂ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਵੱਧ ਚੜ੍ਹ ਕੇ ਅੱਗੇ ਆਉਂਦੇ ਹਾਂ, ਠੀਕ ਹੈ। ਕਰੋਨਾ ਦੇ ਟਾਈਮ ਜਾਂ ਹੋਰ ਵੀ ਜੇ ਅੱਗੇ ਮਹਾਮਾਰੀ ਫੈਲਦੀ ਹੈ ਤਾਂ ਅਸੀਂ ਉੱਥੇ ਵੀ ਆਵਾਂਗੇ। ਅਸੀਂ ਹੁਣ ਵੀ ਆਪਣੀ ਡਿਊਟੀਆਂ ਪੂਰੀ ਇਮਾਨਦਾਰੀ ਨਾਲ ਕਰ ਰਹੇ ਹਾਂ। ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੋ ਵਾਅਦਾ ਕੀਤਾ ਗਿਆ ਐਡਵਰਟਾਈਜ਼ਮੈਂਟ ਦੇ ਮੌਕੇ ਤੇ, ਸਾਡੇ ਅਪਾਇੰਟਮੈਂਟ ਲੈਟਰਾਂ ਦੇ ਵਿੱਚ ਜੋ ਰਿਟਨ 'ਚ ਸਾਨੂੰ ਦਿੱਤਾ ਗਿਆ ਆ, ਜੋ ਸਾਡੇ ਜੋ ਉਮੀਦਾਂ ਜਗਾਈਆਂ ਗਈਆਂ ਨੇ, ਸਾਨੂੰ ਉੱਤੇ ਪੂਰਾ ਉਤਰਨ ਦੀ ਜਿਹੜੀ ਆ ਉਹ ਸਾਨੂੰ ਬਖਸ਼ਣ। ਸਾਨੂੰ ਜਿਹੜੀ 44,900 ਦਾ ਜਿਹੜਾ ਸਕੇਲ ਆ ਉਹ ਸਾਨੂੰ ਦੇਣ। ਅਗਲੀ ਕਾਰਵਾਈ ਕੀ ਕੀਤੀ? ਅਗਲਾ ਸਟੈਪ ਕੀ ਹੋਊਗਾ? ਅਗਲਾ ਸਟੈਪ ਇਹੀ ਹੈ ਕਿ ਜਾਂ ਕੋਈ ਧਰਨੇ ਲਾਓ, ਚਲੋਏ ਕੇਸ ਲਓਏ, ਜਾਂ ਤੁਸੀਂ ਆਪਣੀ ਨੌਕਰੀ ਛੱਡੋ। ਆਪਣਾ ਹੱਕ ਲੈਣ ਦੇ ਲਈ ਸਾਡੇ ਤੋਂ ਜੋ ਬਣ ਸਕਦਾ ਹੋਇਆ ਅਸੀਂ ਉਹ ਕਰਾਂਗੇ।